ਤੁਹਾਡਾ ਤੁਹਾਡੇ ਆਪਣੇ ਚੈਨਲ ਗਗਨ ਐਜੂਕੇਸ਼ਨ ਦੇ ਉੱਪਰ। ਅਸੀਂ 7th ਕਲਾਸ ਦੀ NCERT ਦੇ ਜਿਹੜੇ ਹਿਸਟਰੀ ਦੇ ਲੈਸਨ ਸੀ ਉਹਨਾਂ ਨੂੰ ਸ਼ੁਰੂ ਕੀਤਾ ਹੋਇਆ ਸੀਗਾ। ਤਾਂ ਉਸੇ ਸੀਰੀਜ਼ ਦੇ ਵਿੱਚ ਅਸੀਂ ਅੱਜ NCERT 7th ਕਲਾਸ ਦਾ 5th ਲੈਸਨ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਜੀ ਸ਼ਾਸਕ ਅਤੇ ਇਮਾਰਤਾਂ। ਇਸ ਲੈਸਨ ਦੇ ਵਿੱਚ ਜੇ ਅਸੀਂ ਮਾਸਟਰ ਕੇਡਰ ਜਾਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਰਿਗਾਰਡਿੰਗ ਦੇਖੀਏ ਤਾਂ ਜੋ ਇੰਪੋਰਟੈਂਟ ਚੀਜ਼ਾਂ ਨੇ ਉਹ ਅਸੀਂ ਕੱਢ ਕੇ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ, ਜਿਹੜੀਆਂ ਕਿ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਆ ਸਕਦੀਆਂ ਨੇ। ਜ਼ਿਆਦਾ ਇਸ ਤੋਂ ਜ਼ਿਆਦਾ ਇਸ ਲੈਸਨ ਦੇ ਵਿੱਚ ਕੁਝ ਸਾਨੂੰ ਜ਼ਿਆਦਾ ਇੰਪੋਰਟੈਂਟ ਨਹੀਂ ਮਿਲਦਾ, ਵੱਡੀਆਂ ਕਲਾਸਾਂ ਦੇ ਵਿੱਚ ਜਾ ਕੇ ਕਾਫੀ ਕੁਝ ਇਸ ਦੇ ਵਿੱਚੋਂ ਮਿਲੇਗਾ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਦੋ ਲੈਸਨ ਕਰਾਂਗੇ, ਲੈਸਨ ਨੰਬਰ 5 ਤੇ ਨੈਕਸਟ ਲੈਸਨ ਨੰਬਰ 6। ਤਾਂ ਅੱਜ ਦਾ ਅਸੀਂ ਲੈਸਨ ਨੰਬਰ 5 ਪਹਿਲਾਂ ਸ਼ੁਰੂ ਕਰਦੇ ਹਾਂਗੇ, ਸ਼ਾਸਕ ਅਤੇ ਇਮਾਰਤਾਂ। ਇਹਦੇ ਵਿੱਚ ਅਸੀਂ ਕੀ ਪੜ੍ਹਨਾ ਹੈ ਉਹਦੇ ਬਾਰੇ ਥੋੜਾ ਜਿਹਾ ਦੇਖਦੇ ਹਾਂ। ਤਾਂ ਜਿਵੇਂ ਕਿ ਸਾਨੂੰ ਪਤਾ ਹੈਗਾ ਕਿ ਇਸ ਲੈਸਨ ਦੇ ਵਿੱਚ ਅਸੀਂ ਕਿਸ ਚੀਜ਼ ਬਾਰੇ ਗੱਲ ਕਰਨੀ ਹੈ, ਇਮਾਰਤਾਂ ਬਾਰੇ ਗੱਲ ਕਰਾਂਗੇ, ਬਿਲਡਿੰਗਸ ਬਾਰੇ। ਕਿਉਂਕਿ ਅਲੱਗ-ਅਲੱਗ ਸਮੇਂ ਦੇ ਦੌਰਾਨ ਅਲੱਗ-ਅਲੱਗ ਜਿਹੜੇ ਸ਼ਾਸਕ ਨੇ ਉਹਨਾਂ ਨੇ ਆਪਣੇ ਨਾਮ ਨੂੰ ਲੈ ਕੇ, ਆਪਣੇ ਧਰਮ ਨੂੰ ਲੈ ਕੇ, ਆਪਣੇ ਦੇਵੀ ਦੇਵਤਿਆਂ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦਾ ਨਿਰਮਾਣ ਕਰਵਾਇਆ ਹੈਗਾ। ਤੇ ਹਰੇਕ ਸਮੇਂ ਦੇ ਦੌਰਾਨ ਜਿਹੜਾ ਆਰਕੀਟੈਕਟ ਹੁੰਦਾ ਸੀ ਉਸ ਸਮੇਂ ਦਾ ਉਹ ਅਲੱਗ ਕਿਸਮ ਦਾ ਹੁੰਦਾ ਸੀ। ਜੇ ਅਸੀਂ ਮੁਗਲ ਪੀਰੀਅਡ ਦੇ ਦੌਰਾਨ ਦੇਖੀਏ ਤਾਂ ਆਰਕੀਟੈਕਚਰ ਕੁਝ ਅਲੱਗ ਕਿਸਮ ਦਾ ਸੀ, ਜਿਸ ਦੀਆਂ ਕੁਝ ਅਲੱਗ ਵਿਸ਼ੇਸ਼ਤਾਵਾਂ ਸੀਗੀਆਂ, ਗੁੰਬਦ ਵਗੈਰਾ ਉਹ ਬਣਾਉਂਦੇ ਸੀਗੇ। ਜੇ ਅਸੀਂ ਉਸ ਤੋਂ ਪਹਿਲਾਂ ਸਦਰਨ ਇੰਡੀਆ ਦਾ ਜਿਹੜਾ ਟੈਕਸਚਰ ਦੇਖੀਏ, ਆਰਕੀਟੈਕਟ ਦੇਖੀਏ, ਉੱਥੇ ਕੁਝ ਮੰਦਰ ਨੇ ਜਿਹੜੇ ਉਹ ਕੁਝ ਹੋਰ ਤਰ੍ਹਾਂ ਦੇ ਬਣਾਏ ਜਾਂਦੇ ਸੀ, ਜਿਵੇਂ ਸ਼ਿਖਰ ਉਹਨਾਂ ਦੇ ਵਿੱਚ ਮੇਨ ਹਿੱਸਾ ਸੀ ਜਿਹੜਾ ਰੱਖਿਆ ਜਾਂਦਾ ਸੀਗਾ। ਤੇ ਇਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੇ ਫੋਰਨਰ ਸਾਡੇ ਦੇਸ਼ ਦੇ ਵਿੱਚ ਆਏ, ਅੰਗਰੇਜ਼ ਆਏ, ਉਹਨਾਂ ਨੇ ਆਰਕੀਟੈਕਚਰ ਦੇ ਵਿੱਚ ਬਹੁਤ ਸਾਰੇ ਜਿਹੜੇ ਬਦਲਾਅ ਸੀ ਉਹ ਲੈ ਕੇ ਆਏ ਸੀਗੇ। ਉਹ ਤਾਂ ਆਰਕੀਟੈਕਚਰ ਹਰੇਕ ਸਮੇਂ ਦੇ ਅਨੁਸਾਰ ਕੀ ਹੈਗਾ ਉਹ ਬਦਲਦਾ ਰਹਿੰਦਾ ਹੈਗਾ। ਤੇ ਆਰਕੀਟੈਕਟ ਤੋਂ, ਬਿਲਡਿੰਗਾਂ ਤੋਂ ਸਾਨੂੰ ਉਸ ਸਮੇਂ ਦੇ ਸ਼ਾਸਕਾਂ ਬਾਰੇ, ਉਸ ਸਮੇਂ ਦੇ ਲੋਕਾਂ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਤਾਂ ਇਸ ਲੈਸਨ ਦੇ ਵਿੱਚ ਅਸੀਂ ਦੇਖਾਂਗੇ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ 7ਵੀਂ ਤੋਂ 10ਵੀਂ ਸਦੀ ਦੀ। ਇਸ ਪੀਰੀਅਡ ਦੇ ਦੌਰਾਨ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੇ ਵਿੱਚ ਕਾਫੀ ਚੇਂਜ ਹੋ ਗਏ ਸੀਗੇ। ਚੇਂਜ ਕੀ ਹੋ ਗਏ ਸੀ? ਹੁਣ ਬਿਲਡਿੰਗਾਂ ਦੇ ਵਿੱਚ ਕਮਰੇ ਪਹਿਲਾਂ ਨਾਲੋਂ ਜ਼ਿਆਦਾ ਬਣਨ ਲੱਗੇ ਸੀ। ਪਹਿਲਾਂ ਕਮਰਿਆਂ ਨੂੰ, ਰੂਮਸ ਨੂੰ ਘੱਟ ਬਣਾਇਆ ਜਾਂਦਾ ਸੀ, ਦਰਵਾਜ਼ੇ ਜ਼ਿਆਦਾ ਰੱਖਣ ਲੱਗੇ ਸੀ ਬਿਲਡਿੰਗਾਂ ਦੇ ਜਿਹੜੇ ਆਰਕੀਟੈਕਚਰ ਸੀ, ਅਤੇ ਖਿੜਕੀਆਂ ਦੀ ਗਿਣਤੀ ਹੈ ਜਿਹੜੀ ਉਹ ਪਹਿਲਾਂ ਨਾਲੋਂ ਵੱਧ ਗਈ ਸੀ। ਜਿਵੇਂ ਕਿ ਅਸੀਂ ਕੁਤਬ ਮੀਨਾਰ ਦੀ ਐਗਜ਼ਾਮਪਲ ਲੈਂਦੇ ਹਾਂ। ਕੁਤਬ ਮੀਨਾਰ ਇੱਕ ਜਿਹੜੀ ਬਿਲਡਿੰਗ ਹੈ ਦਿੱਲੀ ਦੇ ਵਿੱਚ ਸਥਿਤ ਹੈਗੀ। ਕੁਤਬਦੀਨ ਐਬਕ ਦੁਆਰਾ ਇਹ ਸ਼ੁਰੂ ਕਰਵਾਈ ਗਈ ਸੀ। ਪਹਿਲੀ ਮੰਜ਼ਿਲ ਉਸਨੇ ਬਣਵਾ ਦਿੱਤੀ ਸੀ 1199 ਦੇ ਵਿੱਚ। ਪਹਿਲੀ ਮੰਜ਼ਿਲ ਹੈ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਸੀਗੀ ਕੁਤਬਦੀਨ ਐਬਕ ਦੇ ਸਮੇਂ। ਪਰ ਬਾਅਦ ਦੇ ਵਿੱਚ ਸਾਨੂੰ ਪਤਾ ਹੈ ਕਿ ਕੁਤਬਦੀਨ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਉਸਦਾ ਜਿਹੜਾ ਦਾਸ ਸੀ, ਗੁਲਾਮ, ਤੇ ਬਾਅਦ ਚ ਜਵਾਈ ਵੀ ਬਣਿਆ, ਇਲਤੁਤਮਿਸ਼, ਉਹ ਸ਼ਾਸਕ ਬਣ ਗਿਆ ਸੀ। ਤਾਂ 1229 ਦੇ ਵਿੱਚ ਇਹ ਜਿਹੜਾ ਨਿਰਮਾਣ ਹੈ ਕੁਤਬ ਮੀਨਾਰ ਦਾ ਉਹ ਕੀ ਹੋ ਗਿਆ ਸੀਗਾ, ਪੂਰਾ ਹੋ ਗਿਆ ਸੀ। ਤਾਂ ਇਸ ਕੁਤਬ ਮੀਨਾਰ ਦੀਆਂ ਕਈ ਮੰਜ਼ਿਲਾਂ ਦੇ ਵਿੱਚ ਸਾਨੂੰ ਬਹੁਤ ਸਾਰੇ ਜਿਹੜੇ ਖਿੜਕੀਆਂ, ਦਰਵਾਜ਼ੇ ਨੇ, ਉਹ ਕਮਰੇ ਨੇ ਦੇਖਣ ਨੂੰ ਮਿਲਦੇ ਨੇ। ਉਸ ਤੋਂ ਇਲਾਵਾ ਉਸ ਸਮੇਂ ਇੱਕ ਹੋਰ ਪ੍ਰਣਾਲੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਸੀ ਬਿਲਡਿੰਗਾਂ ਬਣਾਉਣ ਦੀ, ਦਰਵਾਜ਼ੇ ਬਣਾਉਣ ਦੀ, ਜਿਸ ਨੂੰ ਅਨੁਪ੍ਰਸਥ ਟੋਡਾ ਪ੍ਰਣਾਲੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਜੀ? ਅਨੁਪ੍ਰਸਥ ਟੋਡਾ ਪ੍ਰਣਾਲੀ। ਇਸ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਸੀ, ਇਹ ਛੱਤ, ਦਰਵਾਜ਼ੇ ਜਾਂ ਖਿੜਕੀਆਂ ਕਿਵੇਂ ਬਣਾਏ ਜਾਂਦੇ ਸੀ। ਆਪਣੇ ਦੇ ਵਿੱਚੋਂ ਕਈ ਲੋਕਾਂ ਨੇ ਉਹ ਦੇਖੇ ਵੀ ਹੋਣਗੇ, ਹਜੇ ਤੁਸੀਂ ਇਹ ਪੁਰਾਣੇ ਚੀਜ਼ਾਂ ਦੇਖਦੇ, ਪੁਰਾਣੀਆਂ ਬਿਲਡਿੰਗਾਂ ਦੇਖਣ ਨੂੰ ਤੁਹਾਨੂੰ ਮਿਲਣ, ਤਾਂ ਉਹਨਾਂ ਦੇ ਵਿੱਚ ਇਹ ਪ੍ਰਣਾਲੀ ਦਾ ਇਸਤੇਮਾਲ ਕੀਤਾ ਗਿਆ ਹੈਗਾ। ਕਿਵੇਂ ਕੀਤਾ ਜਾਂਦਾ ਸੀ? ਜਿਹੜੇ ਖਿੜਕੀਆਂ ਸੀ ਜਾਂ ਦਰਵਾਜ਼ੇ ਸੀ ਜਾਂ ਛੱਤਾਂ ਸੀ, ਉਹਨਾਂ ਨੂੰ ਕਿਵੇਂ ਬਣਾਇਆ ਜਾਂਦਾ ਸੀਗਾ? ਦੋ ਖੰਭਿਆਂ ਦੇ ਆਰ-ਪਾਰ ਇੱਕ ਸ਼ਤੀਰ ਰੱਖ ਦਿੱਤੀ ਜਾਂਦੀ ਸੀ। ਮੰਨ ਲਓ ਆਹ ਕੀ ਨੇ ਕਿ ਦੋ ਪਿਲਰ ਨੇ, ਇਹਨਾਂ ਦੇ ਆਰ-ਪਾਰ ਇੱਕ ਕੀ ਰੱਖ ਦਿੱਤੀ ਜਾਂਦੀ ਸੀ? ਸ਼ਤੀਰ ਰੱਖ ਦਿੱਤੀ ਜਾਂਦੀ ਸੀ। ਤੇ ਇਸ ਸ਼ਤੀਰ ਨੂੰ ਰੱਖ ਕੇ ਬਾਅਦ ਦੇ ਵਿੱਚ ਉਸ ਨੂੰ ਸ਼ੇਪ ਦੇ ਦਿੱਤੀ ਜਾਂਦੀ ਸੀ। ਉਹ ਕੋਈ ਵੀ ਸ਼ੇਪ, ਇਸ ਤਰ੍ਹਾਂ ਦੀ ਸ਼ੇਪ ਵੀ ਹੋ ਸਕਦੀ ਹੈ, ਇਸ ਤਰ੍ਹਾਂ ਦੀ ਸ਼ੇਪ ਵੀ ਹੋ ਸਕਦੀ ਹੈ, ਕੋਈ ਵੀ ਸ਼ੇਪ ਉਸ ਨੂੰ ਦੇ ਦਿੰਦੇ ਸੀ। ਮੇਨਲੀ ਜਿਹੜੀ ਆ ਦੋ ਖੰਭੇ ਨੇ, ਦੋ ਪਿਲਰ ਨੇ, ਇਹਨਾਂ ਦੇ ਉੱਪਰ ਇੱਕ ਸ਼ਤੀਰ ਰੱਖ ਕੇ ਜਿਹੜੀ ਸ਼ੇਪ ਇਸ ਦਰਵਾਜ਼ੇ ਜਾਂ ਖਿੜਕੀ ਨੂੰ ਦਿੱਤੀ ਜਾਂਦੀ ਸੀ, ਉਸੇ ਸ਼ੇਪ ਨੂੰ, ਉਸੇ ਤਕਨੀਕ ਨੂੰ ਅਨੁਪ੍ਰਸਥ ਟੋਡਾ ਪ੍ਰਣਾਲੀ ਕਿਹਾ ਗਿਆ ਹੈ। ਤਾਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਕੰਦਰੀਆ ਮਹਾਦੇਵ ਮੰਦਿਰ। ਇਹ ਇੱਕ ਇੰਪੋਰਟੈਂਟ ਉਸ ਸਮੇਂ ਦਾ ਮੰਦਿਰ ਹੈਗਾ, ਕੰਦਰੀਆ ਮਹਾਦੇਵ ਮੰਦਿਰ, ਜਿਹੜਾ ਕਿ
ਜਿਹੜਾ ਲਾਰਡ ਸ਼ਿਵਾ ਨੂੰ ਸਮਰਪਿਤ ਹੈ, ਸ਼ਿਵ ਨੂੰ, ਤੇ ਬਣਵਾਇਆ ਕਿਸ ਦੇ ਦੁਆਰਾ ਗਿਆ ਸੀ ਇਹ? ਚੰਦੇਲ ਰਾਜਵੰਸ਼। ਕਿਹੜੇ ਰਾਜਵੰਸ਼ ਦੇ ਰਾਜਾ ਦੁਆਰਾ? ਚੰਦੇਲ ਰਾਜਵੰਸ਼ ਦੇ ਰਾਜਾ ਢੰਗਦੇਵ ਦੁਆਰਾ 999 ਈਸਵੀ ਦੇ ਵਿੱਚ ਇਸ ਦਾ ਜਿਹੜਾ ਨਿਰਮਾਣ ਹੈ ਉਹ ਕਰਾਇਆ ਗਿਆ ਸੀ। ਇਸ ਮੰਦਿਰ ਤੋਂ ਸਾਨੂੰ ਇਸ ਸਮੇਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਆਰਕੀਟੈਕਚਰਸ ਫੀਚਰਸ ਨੇ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ, ਵਿਸ਼ੇਸ਼ਤਾਵਾਂ ਦਾ ਪਤਾ ਲੱਗਦਾ ਹੈਗਾ। ਇਸ ਤੋਂ ਇਲਾਵਾ ਤੰਜੌਰ ਦੇ ਵਿੱਚ ਜਿਹੜੀ ਚੌਲਾਂ ਦੀ ਰਾਜਧਾਨੀ ਸੀ ਤੰਜੌਰ, ਉਹਦੇ ਵਿੱਚ ਇੱਕ ਮੰਦਿਰ ਹੈ ਜਿਸ ਦਾ ਨਾਮ ਹੈ ਜੀ ਰਾਜਾ ਰਾਜੇਸ਼ਵਰ ਮੰਦਿਰ। ਇਸ ਦਾ ਨਿਰਮਾਣ ਹੈ ਜਿਹੜਾ ਉਹ ਕਿਸਨੇ ਕਰਵਾਇਆ ਸੀਗਾ? ਰਾਜਾ ਰਾਜਦੇਵ ਨੇ। ਰਾਜਾ ਰਾਜਦੇਵ ਦੁਆਰਾ ਇਸ ਮੰਦਿਰ ਦਾ, ਰਾਜਾ ਰਾਜੇਸ਼ਵਰ ਮੰਦਿਰ ਦਾ ਨਿਰਮਾਣ ਕਰਵਾਇਆ ਗਿਆ ਸੀ। ਤੇ ਇਸ ਮੰਦਿਰ ਦਾ ਜਿਹੜਾ ਸ਼ਿਖਰ ਹੈ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਮੰਦਿਰਾਂ ਦੇ ਵਿੱਚ ਸ਼ਿਖਰ ਬਣਾਏ ਜਾਂਦੇ ਸੀਗੇ, ਠੀਕ ਹੈ, ਇਸ ਤਰ੍ਹਾਂ ਨਾਲ ਮੰਦਿਰਾਂ ਦੇ ਸ਼ਿਖਰ ਬਣਾਏ ਜਾਂਦੇ ਸੀਗੇ, ਠੀਕ ਹੈ ਜੀ। ਤਾਂ ਰਾਜਾ ਰਾਜੇਸ਼ਵਰ ਮੰਦਿਰ ਹੈ ਜਿਹੜਾ ਤੰਜੌਰ ਦੇ ਵਿੱਚ ਸਥਿਤ ਹੈ, ਉਸ ਦਾ ਜਿਹੜਾ ਸ਼ਿਖਰ ਹੈ ਉਸ ਸਮੇਂ ਪੂਰੇ ਭਾਰਤ ਦੇ ਵਿੱਚ ਸਭ ਤੋਂ ਉੱਚਾ ਸ਼ਿਖਰ ਸੀਗਾ। ਤੇ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਉਹ ਸਭ ਤੋਂ ਉੱਚਾ ਸ਼ਿਖਰ ਸੀ, ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਜ਼ਰੂਰ ਆਉਂਦੀ ਹੈ ਕਿ ਇੰਨਾ ਉੱਚਾ ਸ਼ਿਖਰ ਬਣਾਇਆ ਕਿਵੇਂ? ਉਦੋਂ ਇੱਟਾਂ ਨਾਲ ਤਾਂ ਜਿਹੜੇ ਮੰਦਿਰ ਸੀ ਜਾਂ ਬਿਲਡਿੰਗਾਂ ਸੀ ਉਹ ਬਣਾਈਆਂ ਨਹੀਂ ਜਾਂਦੀਆਂ ਸੀਗੀਆਂ, ਪੱਥਰਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਪੱਥਰ ਵੀ ਕੀ ਹੁੰਦੇ ਸੀ? ਬਹੁਤ ਜ਼ਿਆਦਾ ਵੱਡੇ ਭਾਰੇ ਪੱਥਰ ਹੁੰਦੇ ਸੀ। ਰਾਜਾ ਰਾਜੇਸ਼ਵਰ ਮੰਦਿਰ ਦੇ ਸ਼ਿਖਰ ਦੇ ਵਿੱਚ 90 ਟਨ ਤੱਕ ਦੇ ਜਿਹੜੇ ਪੱਥਰ ਨੇ ਉਹ ਇਸਤੇਮਾਲ ਕੀਤੇ ਗਏ ਨੇ। ਕ੍ਰੇਨ ਵਗੈਰਾ ਹੁੰਦੀ ਨਹੀਂ ਸੀ ਉਦੋਂ, ਤਾਂ ਜ਼ਮੀਨ ਤੋਂ ਸ਼ਿਖਰ ਤੱਕ ਪੱਥਰਾਂ ਨੂੰ ਕਿਵੇਂ ਲਿਜਾਇਆ ਜਾਂਦਾ ਸੀ? ਇਸ ਦੀ ਵੀ ਇੱਕ ਤਕਨੀਕ ਅਪਣਾਈ ਜਾਂਦੀ ਸੀ, ਚੜ੍ਹਾਈ ਦਾ ਰਸਤਾ। ਮੰਦਿਰ ਦੇ ਨਾਲ ਇੱਕ ਰਸਤਾ ਪੈਰਲਲ ਬਣਾ ਲਿਆ ਜਾਂਦਾ ਸੀ, ਚੜ੍ਹਾਈ ਦਾ ਰਸਤਾ ਇਸ ਤਰ੍ਹਾਂ ਨਾਲ, ਠੀਕ ਹੈ ਜੀ, ਜਿਹੜਾ ਕਿ ਕਾਫੀ ਕਿਲੋਮੀਟਰ ਲੰਬਾ ਹੁੰਦਾ ਸੀ। ਰਾਜਾ ਰਾਜੇਸ਼ਵਰ ਦਾ ਜਿਹੜਾ ਮੰਦਿਰ ਬਣਾਇਆ ਗਿਆ ਹੈਗਾ, ਇਸ ਦਾ ਜਿਹੜਾ ਰਸਤਾ ਸੀ ਉਹ 4 ਕਿਲੋਮੀਟਰ ਤੱਕ ਲੰਬਾ ਸੀ। ਕਈ ਪਿੰਡ ਇਹਦੇ ਵਿੱਚ ਛੋਟੇ ਆਉਂਦੇ ਸੀ। ਇੱਕ ਪਿੰਡ ਦਾ ਨਾਮ ਹੈ ਉਹ ਇਸ ਰਸਤੇ ਦੇ ਨਾਮ ਤੇ ਵੀ ਰੱਖਿਆ ਗਿਆ ਸਾਊਥ ਦੇ ਵਿੱਚ। ਤਾਂ ਇੱਥੋਂ ਕੀ ਕਰਦੇ ਸੀਗੇ? ਪੱਥਰਾਂ ਨੂੰ ਹੌਲੀ ਉੱਪਰ ਵੱਲ ਰੋੜ ਕੇ ਲੈ ਕੇ ਜਾਂਦੇ ਸੀ, ਤੇ ਇਸ ਤਰ੍ਹਾਂ ਜਿਹੜਾ ਸ਼ਿਖਰ ਹੈ ਉਹ ਉਸ ਦਾ ਨਿਰਮਾਣ ਕੀਤਾ ਜਾਂਦਾ ਸੀ। ਤਾਂ ਰਾਜਾ ਰਾਜੇਸ਼ਵਰ ਦੀ ਗੱਲ ਅਸੀਂ ਕਰ ਲਈਏ ਜੀ। ਕਿਸ ਨੇ ਬਣਵਾਇਆ ਸੀ? ਰਾਜਾ ਰਾਜਦੇਵ ਨੇ ਬਣਵਾਇਆ ਸੀ। ਤੇ ਸ਼ਿਖਰ ਸਭ ਤੋਂ ਉੱਚਾ ਸੀ ਉਸ ਸਮੇਂ। ਕਿਵੇਂ ਬਣਾਇਆ ਗਿਆ ਸੀ? ਚੜ੍ਹਾਈਦਾਰ ਰਸਤੇ ਰਾਹੀਂ। ਤੇ ਇਸ ਤਰ੍ਹਾਂ ਦੇ ਜਿਹੜੇ ਮੰਦਿਰ ਬਣਦੇ ਸੀ ਸਾਰਿਆਂ ਦੇ ਸ਼ਿਖਰ ਇਸੇ ਤਰ੍ਹਾਂ ਹੀ ਬਣਾਏ ਜਾਂਦੇ ਸੀ। ਉਸ ਤੋਂ ਬਾਅਦ ਇੱਕ ਇਹਦੇ ਵਿੱਚ ਹੋਰ ਚੀਜ਼ ਦੀ ਗੱਲ ਕਰੀਏ, ਤਲਾਬ ਉਦੋਂ ਬਣਨ ਲੱਗ ਗਏ ਸੀ। ਤਲਾਬਾਂ ਦਾ ਜਿਹੜਾ ਨਿਰਮਾਣ ਹੈ ਉਹ ਹੋਣ ਲੱਗ ਗਿਆ ਸੀਗਾ। ਸੁਲਤਾਨ ਸੀ ਜਿਹੜੇ ਦਿੱਲੀ ਦੇ, ਉਹਨਾਂ ਨੇ ਕਰਵਾਉਣਾ ਸ਼ੁਰੂ ਕੀਤਾ ਸੀ। ਪਹਿਲਾਂ ਵੀ ਕੁਝ 1-2 ਤਲਾਬ ਬਣਦੇ ਸੀ। ਤਾਂ ਜਿਵੇਂ ਰਾਜਾ ਦਾ ਤਲਾਬ ਜਾਂ ਹੌਜ ਸੁਲਤਾਨੀ ਇੱਕ ਤਲਾਬ ਬੜਾ ਫੇਮਸ ਹੈਗਾ, ਜਿਸ ਦਾ ਨਿਰਮਾਣ ਕਿਸਨੇ ਕਰਵਾਇਆ ਸੀਗਾ? ਇਲਤੁਤਮਿਸ਼ ਨੇ ਕਰਵਾਇਆ ਸੀ। ਦਿੱਲੀ ਉਹਨਾਂ ਦੇ ਕੋਲ। ਤਾਂ ਹੌਜ ਸੁਲਤਾਨੀ ਜਾਂ ਇਸ ਨੂੰ ਰਾਜਾ ਦਾ ਤਲਾਬ ਕਿਹਾ ਜਾਂਦਾ, ਉਸ ਦਾ ਨਿਰਮਾਣ ਇਲਤੁਤਮਿਸ਼ ਦੁਆਰਾ ਕਰਵਾਇਆ ਗਿਆ ਸੀ। ਉਸ ਸਮੇਂ ਇੱਕ ਹੋਰ ਪ੍ਰਥਾ ਸ਼ੁਰੂ ਹੋਈ ਸੀ ਬਾਗ ਲਗਾਉਣ ਦੀ। ਬਾਗ ਪਹਿਲਾਂ ਵੀ ਲਗਾਏ ਜਾਂਦੇ ਸੀ, ਪਰ ਜਦੋਂ ਮੁਗਲ ਭਾਰਤ ਦੇ ਵਿੱਚ ਆਏ ਤਾਂ ਉਹਨਾਂ ਨੇ 4 ਬਾਗ ਦੀ ਜਿਹੜੀ ਪ੍ਰਥਾ ਸ਼ੁਰੂ ਕੀਤੀ। ਇਸ ਤਰ੍ਹਾਂ ਨਾਲ ਉਹ ਕਿਸੇ ਵੀ ਬਾਗ ਨੂੰ 4 ਹਿੱਸਿਆਂ ਦੇ ਵਿੱਚ ਵੰਡ ਦਿੰਦੇ ਸੀ। ਜਦੋਂ ਕੋਈ ਬਾਗ ਲਗਾਉਂਦੇ ਸੀ ਤੇ 4 ਹਿੱਸਿਆਂ ਨੂੰ ਮਿਲਾ ਕੇ ਇਸ ਨੂੰ ਕੀ ਕਿਹਾ ਜਾਂਦਾ ਸੀ? 4 ਬਾਗ ਦਾ ਨਾਮ ਦਿੱਤਾ ਜਾਂਦਾ ਸੀ। ਤਾਂ ਜਿਹੜੀ ਇਹ ਪ੍ਰਥਾ ਹੈਗੀ ਇਹ ਅਕਬਰ ਦੇ ਸਮੇਂ ਸ਼ੁਰੂ ਹੋਈ ਸੀ, ਤੇ ਬਾਅਦ ਦੇ ਵਿੱਚ ਆਉਣ ਵਾਲੇ ਜਿਹੜੇ ਸਮਰਾਟ ਸੀ ਉਹ ਇਸ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਗਿਆ ਉਹਨਾਂ ਦੁਆਰਾ, ਤੇ ਉਹ ਬਣਾਉਂਦੇ ਰਹੇ। ਹੁਮਾਯੂੰ ਦੇ ਮਕਬਰਾ ਜਿਹੜਾ ਬਣਾਇਆ ਸੀਗਾ, ਅਕਬਰ ਦੁਆਰਾ ਬਣਾਇਆ ਗਿਆ ਸੀ ਹੁਮਾਯੂੰ ਦਾ ਮਕਬਰਾ। ਉਹਦੇ ਵਿੱਚ ਪਹਿਲੀ ਵਾਰ ਸੈਂਟਰਲ ਜਿਹੜਾ ਗੁੰਬਦ ਸੀਗਾ ਉਹ ਬਣਾਇਆ ਗਿਆ ਸੀ, ਕੇਂਦਰੀ ਗੁੰਬਦ। ਇਸ ਤਰ੍ਹਾਂ ਦਾ ਗੁੰਬਦ ਬਣਾਇਆ ਗਿਆ ਸੀਗਾ। ਉਸ ਤੋਂ ਪਹਿਲਾਂ ਗੁੰਬਦ ਨਹੀਂ ਬਣਾਏ ਜਾਂਦੇ ਸੀਗੇ, ਜਿਹੜੀ ਸ਼ੇਪ ਸੀ ਉਹ ਅਲੱਗ ਤਰ੍ਹਾਂ ਦੀ ਹੁੰਦੀ ਸੀ। ਤੇ ਇਸ ਦੇ ਵਿੱਚ ਇੱਕ ਦਰਵਾਜ਼ਾ ਬਣਾਇਆ ਗਿਆ ਸੀ ਉੱਚਾ, ਜਿੱਤੇ ਮਿਹਰਾਬ ਲੱਗੀ ਹੋਈ ਸੀ। ਇਸ ਤਰ੍ਹਾਂ ਨਾਲ ਦਰਵਾਜ਼ਾ ਬਣਾਇਆ ਗਿਆ ਸੀ, ਮਿਹਰਾਬਦਾਰ ਦਰਵਾਜ਼ਾ। ਆਰਕ ਦੀ ਸ਼ੇਪ ਦੇ ਵਿੱਚ, ਚਾਪ ਦੀ ਸ਼ੇਪ ਦੇ ਵਿੱਚ ਬਣਾਇਆ ਗਿਆ ਸੀ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਸੀ ਹੁਮਾਯੂੰ ਦੇ ਮਕਬਰੇ ਦੇ ਵਿੱਚ। ਸੈਂਟਰਲ ਗੁੰਬਦ ਬਣਾਇਆ ਗਿਆ ਸੀ, ਸੈਂਟਰਲ ਡੋਮ, ਕੇਂਦਰੀ ਗੁੰਬਦ।
ਅਤੇ ਮਹਿਰਾਬਦਾਰ ਦਰਵਾਜ਼ਾ। ਇਹ ਦੋ ਚੀਜ਼ਾਂ ਸਾਨੂੰ ਪਹਿਲੀ ਵਾਰ ਹਮਾਯੂ ਦੇ ਮਕਬਰੇ ਦੇ ਵਿੱਚ ਦੇਖਣ ਨੂੰ ਮਿਲੀਆਂ ਸੀ। ਉਸ ਤੋਂ ਬਾਅਦ ਅਸੀਂ ਸ਼ਾਹਜਹਾਂ ਦੀ ਗੱਲ ਕਰਦੇ ਹਾਂ। ਸ਼ਾਹਜਹਾਂ ਆਰਕੀਟੈਕਟ ਦੇ ਵਿੱਚ ਬਹੁਤ ਕਮਾਲ ਰਹੇ ਨੇ। ਇਹਨਾਂ ਨੇ ਤਾਜ ਮਹਿਲ ਦਾ ਨਿਰਮਾਣ ਕਰਾਇਆ। ਬਾਕਮਾਲ ਜਿਹੜਾ ਆਰਕੀਟੈਕਟ ਸਾਨੂੰ ਦੇਖਣ ਨੂੰ ਮਿਲਦਾ ਹੈਗਾ। ਉਸ ਤੋਂ ਇਲਾਵਾ ਲਾਲ ਕਿਲ੍ਹਾ ਬਣਵਾਇਆ ਸੀ ਇਹਨਾਂ ਨੇ। ਤਾਂ ਇਹਨਾਂ ਨੇ ਇੱਕ ਸਿੰਘਾਸਨ ਬਣਵਾਇਆ ਸੀਗਾ। ਸਿੰਘਾਸਨ ਦੇ ਵਿੱਚ ਇੱਕ ਕੰਮ ਕਰਵਾਇਆ ਸੀ। ਕਿਸ ਤਰ੍ਹਾਂ ਦਾ ਕੰਮ ਸੀਗਾ ਉਹ? ਪਿੱਤਰ ਦਿਓਰਾ ਜਿਸ ਨੂੰ ਕਿਹਾ ਜਾਂਦਾ ਹੈਗਾ। ਸਿੰਘਾਸਨ ਦੇ ਉੱਪਰ ਹੀਰਿਆਂ ਦੀ ਇੱਕ ਸੀਰੀਜ਼ ਬਣਵਾਈ ਗਈ ਸੀ। ਹੀਰਿਆਂ ਦੀ ਇੱਕ ਸੀਰੀਜ਼ ਬਣਾਈ ਗਈ ਸੀ ਇੱਕ ਖਾਸ ਟੈਕਨੀਕ ਦੇ ਨਾਲ ਜਿਸ ਨੂੰ ਪਿੱਤਰ ਦਿਓਰਾ ਕਿਹਾ ਜਾਂਦਾ ਹੈਗਾ। ਤੇ ਇਸ ਸੀਰੀਜ਼ ਦੇ ਵਿੱਚ ਇੱਕ ਯੂਨਾਨੀ ਦੇਵਤਾ ਜਿਸ ਦਾ ਨਾਮ ਹੈ ਆਫੀਅਸ, ਉਸ ਨੂੰ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਸੀ। ਤਾਂ ਪਿੱਤਰ ਦਿਓਰਾ ਸ਼ਾਹਜਹਾਂ ਦੁਆਰਾ ਸਿੰਘਾਸਨ ਦੇ ਉੱਪਰ ਹੀਰਿਆਂ ਦਾ ਜਿਹੜਾ ਕੰਮ ਕਰਵਾਇਆ ਗਿਆ ਸੀ ਉਸ ਨੂੰ ਕਿਹਾ ਜਾਂਦਾ ਹੈਗਾ। ਤੇ ਉਸ ਦੇ ਵਿੱਚ ਯੂਨਾਨੀ ਦੇਵਤਾ ਆਫੀਅਸ ਨੂੰ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਸੀ। ਤਾਂ ਇਹ ਜਿਹੜਾ ਕੰਟੈਂਟ ਹੈ ਜੀ, ਇਹ ਸਿਰਫ 5th ਲੈਸਨ ਦਾ ਸ਼ਾਸਕ ਅਤੇ ਇਮਾਰਤਾਂ ਰੂਲਰਸ ਐਂਡ ਬਿਲਡਿੰਗਸ ਦੇ ਵਿੱਚੋਂ ਲਿਆ ਗਿਆ ਹੈਗਾ। ਤਾਂ ਇਸ ਤੋਂ ਬਾਅਦ ਅਸੀਂ ਸ਼ੁਰੂ ਕਰਦੇ ਹਾਂ ਕਿ ਸਾਡਾ 6ਵਾਂ ਲੈਸਨ। ਥੋੜੀ ਜਿਹੀ ਪਹਿਲਾਂ ਉਸ ਤੋਂ ਪਹਿਲਾਂ ਰਿਵੀਜ਼ਨ ਇਸ ਦੀ ਕਰਾਂਗੇ। ਇਸ ਦੇ ਵਿੱਚ ਅਸੀਂ ਪੜ੍ਹਿਆ ਹੈਗਾ ਕਿ 7ਵੀਂ ਤੋਂ 10ਵੀਂ ਸਦੀ ਦੇ ਵਿਚਕਾਰ ਜਿਹੜੇ ਕਮਰੇ, ਦਰਵਾਜ਼ੇ ਤੇ ਖਿੜਕੀਆਂ ਦੀ ਗਿਣਤੀ ਬਿਲਡਿੰਗਾਂ ਦੇ ਵਿੱਚ ਵੱਧ ਗਈ ਸੀਗੀ। ਕੁਤਬ ਮੀਨਾਰ ਦੇ ਵਿੱਚ ਕਿਉਂਕਿ ਕਾਫੀ ਸਾਰੇ ਜਿਹੜੇ ਕਮਰੇ ਤੇ ਖਿੜਕੀਆਂ ਦੇਖਣ ਨੂੰ ਮਿਲਦੇ ਨੇ, ਉਸ ਦਾ ਨਿਰਮਾਣ ਥੋੜਾ ਜਿਹਾ ਅਸੀਂ ਦੇਖਿਆ ਸੀ ਕੁਤਬਦੀਨ ਐਬਕ ਨੇ ਸ਼ੁਰੂ ਕਰਵਾਇਆ ਸੀ ਅਤੇ ਇਲਤੁਤਮਿਸ਼ ਨੇ ਉਸ ਨੂੰ ਪੂਰਾ ਕੀਤਾ ਸੀ। ਅਨੁਪ੍ਰਸਥ ਟੋਡਾ ਪ੍ਰਣਾਲੀ ਕੀ ਹੈ? ਜਿਹੜੇ ਖਿੜਕੀਆਂ ਜਾਂ ਦਰਵਾਜ਼ੇ ਬਣਾਏ ਜਾਂਦੇ ਸੀ ਉਹ ਦੋ ਪਿਲਰਾਂ ਦੇ ਉੱਪਰ ਇੱਕ ਸ਼ਤੀਰ ਰੱਖ ਦਿੱਤੀ ਜਾਂਦੀ ਸੀ। ਉਸੇ ਚੀਜ਼ ਨੂੰ ਅਨੁਪ੍ਰਸਥ ਟੋਡਾ ਪ੍ਰਣਾਲੀ, ਇਸ ਤਕਨੀਕ ਨੂੰ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਉੱਪਰਲੇ ਹਿੱਸੇ ਨੂੰ ਕੋਈ ਵੀ ਜਿਹੜੀ ਸ਼ੇਪ ਹੈ ਉਹ ਦੇ ਦਿੱਤੀ ਜਾਂਦੀ ਸੀ। ਕੰਦਰੀਆ ਮਹਾਦੇਵ ਮੰਦਿਰ ਚੰਦੇੜ ਰਾਜਾ ਢੰਗਦੇਵ ਦੁਆਰਾ ਬਣਾਇਆ ਗਿਆ 999 ਈਸਵੀ ਦੇ ਵਿੱਚ, ਜਿਹੜਾ ਕਿ ਲਾਰਡ ਸ਼ਿਵਾ ਨੂੰ ਸਮਰਪਿਤ ਹੈ। ਤੰਜੌਰ ਦੇ ਵਿੱਚ ਇੱਕ ਮੰਦਿਰ ਹੈ ਰਾਜਾ ਰਾਜੇਸ਼ਵਰ ਮੰਦਿਰ, ਜਿਹੜਾ ਕਿ ਰਾਜਾ ਰਾਜਦੇਵ ਦੁਆਰਾ ਬਣਾਇਆ ਗਿਆ। ਤੇ ਇਸ ਮੰਦਿਰ ਦਾ ਜਿਹੜਾ ਸ਼ਿਖਰ ਹੈ ਉਸ ਸਮੇਂ ਭਾਰਤ ਦੇ ਵਿੱਚ ਸਭ ਤੋਂ ਉੱਚਾ ਸੀ। ਤੇ ਸ਼ਿਖਰ ਨੂੰ ਬਣਾਉਣ ਦੇ ਲਈ ਜਿਹੜੇ ਪੱਥਰ ਸੀ ਉਹਨਾਂ ਨੂੰ ਚੜਾਈਦਾਰ ਰਸਤੇ ਰਾਹੀਂ ਉੱਪਰ ਤੱਕ ਲੈ ਕੇ ਜਾਇਆ ਜਾਂਦਾ ਸੀ। ਚਾਰ ਬਾਗ ਬਣਾਉਣ ਦੀ ਪਰੰਪਰਾ ਉਸ ਸਮੇਂ ਸ਼ੁਰੂ ਹੋਈ ਅਕਬਰ ਦੇ ਸਮੇਂ ਤੋਂ। ਜਿਹੜੇ ਬਾਗ ਨੇ ਉਹਨਾਂ ਨੂੰ 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ। ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਹਮਾਯੂ ਦੇ ਮਕਬਰੇ ਦੀ। ਹਮਾਯੂ ਦੇ ਮਕਬਰੇ ਦੇ ਵਿੱਚ ਪਹਿਲੀ ਵਾਰੀ ਕੇਂਦਰੀ ਗੁੰਬਦ, ਸੈਂਟਰਲ ਡੋਮ, ਇਹ ਵਾਲੀ ਹਿੱਸਾ, ਇਹ ਵਾਲਾ ਜੀ, ਇਹਦਾ ਇੰਟਰੋਡਿਊਸ ਕੀਤਾ ਗਿਆ ਹੈ। ਅਤੇ ਜਿਹੜੇ ਦਰਵਾਜ਼ੇ ਸੀ ਉਹ ਉੱਚੇ ਬਣਾਏ ਗਏ ਇਸ ਤਰ੍ਹਾਂ ਨਾਲ, ਤੇ ਮਹਿਰਾਬਦਾਰ ਬਣਾਏ ਗਏ, ਆਰਕ ਸ਼ੇਪ ਦੇ ਵਿੱਚ ਬਣਾਏ ਗਏ। ਉਸ ਤੋਂ ਬਾਅਦ ਅਸੀਂ ਸ਼ਾਹਜਹਾਂ ਦੇ ਸਮੇਂ ਦੀ ਗੱਲ ਕਰਦੇ ਹਾਂ, ਜਿਹਨੇ ਇੱਕ ਸਪੈਸ਼ਲ ਟੈਕਨੀਕ ਸੀ ਜਿਹੜੀ ਉਸ ਦੇ ਨਾਲ ਆਪਣਾ ਸਿੰਘਾਸਨ ਸਜਵਾਇਆ ਸੀਗਾ ਪਿੱਤਰ ਦਿਓਰਾ ਟੈਕਨੀਕ ਦੇ ਨਾਲ, ਜਿਹਦੇ ਵਿੱਚ ਸਿੰਘਾਸਨ ਦੇ ਉੱਪਰ ਬਹੁਤ ਸਾਰੇ ਜਿਹੜੇ ਹੀਰੇ ਸੀ ਉਹ ਲਗਾਏ ਗਏ ਸੀ। ਇੱਕ ਸੀਰੀਜ਼ ਬਣਾ ਦਿੱਤੀ ਗਈ ਸੀ ਹੀਰਿਆਂ ਦੀ ਅਤੇ ਉਸ ਦੇ ਉੱਪਰ ਯੂਨਾਨੀ ਦੇਵਤਾ ਆਫੀਅਸ ਨੂੰ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ। ਇਸ ਤੋਂ ਬਾਅਦ ਅਸੀਂ ਸ਼ੁਰੂ ਕਰਦੇ ਹਾਂ ਜੀ ਸਾਡਾ ਨੈਕਸਟ ਲੈਸਨ, ਲੈਸਨ ਨੰਬਰ 6।